So, hello everyone, Sat Shri Akal. Today is day one of our journey to learn English grammar. ਸੋ ਗ੍ਰਾਮਰ ਇਹ ਵਰਡ ਸੁਣਦੇ ਹੀ ਬਹੁਤ ਸਾਰੇ ਲੋਕ ਡਰਦੇ ਹਨ, ਪਰ ਰਿਐਲਿਟੀ ਇਹ ਹੈ ਕਿ ਗ੍ਰਾਮਰ ਇਜ਼ ਦਾ ਬੈਕਬੋਨ ਆਫ ਐਨੀ ਲੈਂਗੁਏਜ ਬਿਕਾਜ਼ ਵਿਦਾਊਟ ਗ੍ਰਾਮਰ ਇਵਨ ਦ ਸਮਾਰਟੈਸਟ ਵਰਡਸ ਲੂਜ਼ ਦੇਅਰ ਪਾਵਰ। ਕੋਈ ਵੀ ਸੈਂਟੈਂਸ ਵਰਡ ਇੰਗਲਿਸ਼ ਦਾ ਗ੍ਰਾਮਰ ਤੋਂ ਬਿਨਾ ਆਪਣੀ ਕੋਈ ਵੀ ਪਾਵਰ ਨਹੀਂ ਰੱਖਦਾ ਹੈ ਅਤੇ ਨਾ ਹੀ ਉਹਦਾ ਕੋਈ ਸੈਂਸ ਮਤਲਬ ਮੀਨਿੰਗ ਨਿਕਲਦਾ ਹੈ ਅਗਰ ਉਹਨੂੰ ਕਰੈਕਟ ਵੇ ਦੇ ਨਾਲ ਰਿਪਰੈਜ਼ੈਂਟ ਨਾ ਕੀਤਾ ਜਾਏ, ਜਾਂ ਫਿਰ ਅਸੀਂ ਵਿਦਾਊਟ ਗ੍ਰਾਮਰ ਅਗਰ ਅਸੀਂ ਉਹਨੂੰ ਯੂਜ਼ ਕਰਦੇ ਵਰਡ ਜਾਂ ਸੈਂਟੈਂਸ ਨੂੰ, ਉਹਦਾ ਕੋਈ ਵੀ ਸੈਂਸ ਜਾਂ ਮੀਨਿੰਗ ਨਹੀਂ ਨਿਕਲੇਗਾ ਅਤੇ ਉਹਨੂੰ ਇਨਕਰੈਕਟ ਮੰਨਿਆ ਜਾਏਗਾ। ਸੋ ਜਿਹੜੀ ਗ੍ਰਾਮਰ ਹੈਗੀ ਆ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਆ ਅਤੇ ਇੰਗਲਿਸ਼ ਸਿੱਖਣ ਦੇ ਵਿੱਚ ਬਹੁਤ ਜ਼ਿਆਦਾ ਮੈਟਰ ਕਰਦੀ ਆ। ਸੋ ਲੈਟਸ ਸਟਾਰਟ ਵਿਦ ਦਾ ਸਿੰਪਲ ਕੁਐਸਚਨ, ਵਾਟ ਇਜ਼ ਗ੍ਰਾਮਰ? ਗ੍ਰਾਮਰ ਕੀ ਹੈ? ਸੋ ਗ੍ਰਾਮਰ ਇਜ਼ ਦਾ ਸੈਟ ਆਫ ਰੂਲਸ ਡੈਟ ਹੈਲਪਸ ਅਸ use words correctly, and grammar defines how sentences are made and how words relate and how meaning is clear. ਸੋ ਪੰਜਾਬੀ ਵਿੱਚ ਕਿਹਾ ਜਾਵੇ ਤਾਂ ਗ੍ਰਾਮਰ ਸੋਚ ਦੇ ਨਿਯਮ ਹਨ ਜੋ ਸਾਡੇ ਸ਼ਬਦਾਂ ਨੂੰ ਠੀਕ ਢੰਗ ਨਾਲ ਜੋੜਦੇ ਹਨ। ਮਤਲਬ ਕਿ ਜਿਹੜੀ ਗ੍ਰਾਮਰ ਹੈਗੀ ਆ ਉਹ ਇੱਕ ਰੂਲਸ ਹੈਗਾ, ਸੈਟ ਆਫ ਰੂਲਸ ਹੈਗਾ ਜਿਹੜਾ ਸਾਨੂੰ ਹੈਲਪ ਕਰਦੀ ਆ ਵਰਡਸ ਨੂੰ ਕਰੈਕਟਲੀ ਯੂਜ਼ ਕਰਨ ਦੇ ਵਿੱਚ, ਡਿਫਾਈਨ ਕਰਦੀ ਆ ਹਾਊ ਸੈਂਟੈਂਸਿਸ ਆਰ ਮੇਡ, ਕਿ ਜਿਹੜੇ ਸੈਂਟੈਂਸਿਸ ਹੈਗੇ ਨੇ ਇੰਗਲਿਸ਼ ਵਿੱਚ ਜੋ ਅਸੀਂ ਫਰੇਜ਼ਸ ਯੂਜ਼ ਕਰਦੇ ਹਾਂ, ਸੈਂਟੈਂਸਿਸ ਬਣਾਉਂਦੇ ਹਾਂ, ਉਹਨਾਂ ਨੂੰ ਕਿਵੇਂ ਬਣਾਇਆ ਜਾਵੇ ਐਂਡ ਹਾਊ ਵਰਡਸ ਰਿਲੇਟ, ਅਤੇ ਵਰਡਸ ਨੂੰ ਇੱਕ ਦੂਜੇ ਨਾਲ ਕਿਵੇਂ ਰਿਲੇਟ ਕੀਤਾ ਜਾਵੇ ਸੈਂਟੈਂਸ ਵਿੱਚ, ਇਹਨਾਂ ਦਾ ਮੀਨਿੰਗ ਜੋ ਕਲੀਅਰ ਨਿਕਲ ਕੇ ਆਵੇ, ਅਗਲੇ ਬੰਦੇ ਨੂੰ ਸਮਝ ਆਏ ਕਿ ਜੋ ਵੀ ਸੈਂਟੈਂਸ ਅਸੀਂ ਬੋਲ ਰਹੇ ਹਾਂ ਉਹਦਾ ਮਤਲਬ ਕੀ ਹੈਗਾ, ਉਹਨੂੰ ਕਲੀਅਰਲੀ ਅਸੀਂ ਮੈਂਸ਼ਨ ਕਰ ਸਕਦੇ ਹਾਂ, ਕਲੀਅਰਲੀ ਅਸੀਂ ਪ੍ਰੈਜ਼ੈਂਟ ਕਰ ਸਕਦੇ ਹਾਂ ਨੈਕਸਟ ਪਰਸਨ ਨੂੰ। ਨੈਕਸਟ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਫਰਸਟ ਐਗਜ਼ਾਮਪਲ ਹੈਗੀ ਸ਼ੀ ਗੋ ਟੂ ਮਾਰਕੀਟ। ਅਗਰ ਅਸੀਂ ਗ੍ਰਾਮਰ ਰੂਲਸ ਦੇ ਅਕੋਰਡਿੰਗ ਗੱਲ ਕਰੀਏ ਤਾਂ ਬਿਲਕੁਲ ਰੋਂਗ ਸੈਂਟੈਂਸ ਬਣੇਗਾ ਇਹ, ਕਿਉਂਕਿ ਇੱਥੇ ਗੋ ਵਰਤਿਆ ਗਿਆ ਹੈ ਪਰ ਜਿਹੜਾ ਸਬਜੈਕਟ ਹੈਗਾ ਉਹ ਸ਼ੀ ਹੈਗਾ, ਥਰਡ ਪਰਸਨ ਮਤਲਬ ਸਿੰਗੂਲਰ ਪਰਸਨ ਹੈਗਾ ਇਹ। ਔਰ ਇੰਗਲਿਸ਼ ਗ੍ਰਾਮਰ ਦੇ ਰੂਲਸ ਦੇ ਅਕੋਰਡਿੰਗ ਜਦੋਂ ਹੀ, ਸ਼ੀ, ਇਟ ਸਬਜੈਕਟ ਹੋਵੇ ਅਤੇ ਟੈਂਸ ਪ੍ਰੈਜ਼ੈਂਟ ਸਿੰਪਲ ਹੋਵੇ ਤਾਂ ਵਰਬ ਦੇ ਨਾਲ ਐਸ ਜਾਂ ਈ ਐਸ ਲਗਾਉਣਾ ਲਾਜ਼ਮੀ ਹੁੰਦਾ ਹੈ, ਮਤਲਬ ਕੰਪਲਸਰੀ ਹੁੰਦਾ ਹੈ। ਔਰ ਜਿਹੜਾ ਕਰੈਕਟ ਹੈਗਾ ਸੈਂਟੈਂਸ ਉਹ ਹੈਗਾ ਸ਼ੀ ਗੋਜ਼ ਟੂ ਦਾ ਮਾਰਕੀਟ, ਮਤਲਬ ਇੱਥੇ ਈ ਐਸ ਯੂਜ਼ ਕੀਤਾ ਗਿਆ ਹੈ, ਰਾਈਟ। ਵਰਬ ਜਿਹੜਾ ਹੈਗਾ ਉਹ ਗੋ ਹੈਗਾ ਔਰ ਗੋ ਤੋਂ ਗੋਜ਼ ਬਣ ਗਿਆ ਕਿਉਂਕਿ ਈ ਐਸ ਲਗਾ ਕੇ ਹੀ ਗ੍ਰਾਮਰ ਰੂਲ ਨੂੰ ਫੋਲੋ ਕੀਤਾ ਗਿਆ ਹੈ। ਬਿਕਾਜ਼ ਜਦੋਂ ਵੀ ਅਸੀਂ ਪ੍ਰੈਜ਼ੈਂਟ ਟੈਂਸ ਵਿੱਚ ਕਿਸੇ ਇੱਕ ਬੰਦੇ ਹੀ, ਸ਼ੀ, ਇਟ ਬਾਰੇ ਗੱਲ ਕਰਦੇ ਹਾਂ ਤਾਂ ਵਰਬ ਦੇ ਨਾਲ ਐਸ ਜਾਂ ਈ ਐਸ ਐਡ ਕਰਨਾ ਮਤਲਬ ਜੋੜਨਾ ਪੈਂਦਾ ਹੈ। ਸੋ ਨਾਓ ਯੂ ਕੈਨ ਸੀ ਦ ਡਿਫਰੈਂਸ that grammar makes your English understandable and professional. Now you are thinking that why is grammar important? ਮਤਲਬ grammar matter ਕਿਉਂ ਕਰਦੀ ਆ? ਫਰਸਟ ਹੈਗਾ clarity in communication. ਜਦੋਂ ਗ੍ਰਾਮਰ ਸਹੀ ਹੁੰਦੀ ਹੈ ਤਾਂ ਲੋਕ ਤੁਹਾਡੇ ਬੋਲਣ ਨੂੰ ਠੀਕ ਸਮਝਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਤੁਹਾਡੀ ਕਮਿਊਨੀਕੇਸ਼ਨ ਵਿੱਚ ਬਿਲਕੁਲ 100% ਕਲੈਰਿਟੀ ਹੈ। ਡੈਟ ਮੀਨਸ ਯੂ ਨੋ ਵੈਰੀ ਵੈਲ ਦ ਗ੍ਰਾਮਰ ਇੰਗਲਿਸ਼। ਐਂਡ ਦ ਸੈਕਿੰਡ ਵਨ ਇਜ਼ ਪ੍ਰੋਫੈਸ਼ਨਲ ਗਰੋਥ। ਫੋਰ ਸਪੋਜ਼ ਜਿਵੇਂ ਤੁਸੀਂ ਜੋਬ ਇੰਟਰਵਿਊਜ਼ ਲਈ ਜਾਂਦੇ ਹੋ, ਤੁਹਾਨੂੰ ਈਮੇਲਸ, ਪ੍ਰੈਜੈਂਟੇਸ਼ਨਸ ਜਿਹੜੀਆਂ ਬਣਾਉਣੀਆਂ ਪੈਂਦੀਆਂ ਨੇ, ਤਾਂ ਉਹਦੇ ਵਿੱਚ ਗ੍ਰਾਮਰ ਮਿਸਟੇਕਸ ਜਿਹੜੀਆਂ ਉਹ ਬਿਲਕੁਲ ਲੈਸ, ਮਤਲਬ ਬਿਲਕੁਲ ਮਾਈਨਰਸ ਜਿਹੀਆਂ ਹੋਣੀਆਂ ਚਾਹੀਦੀਆਂ ਨੇ, ਬਿਲਕੁਲ ਹੋਣੀਆਂ ਹੀ ਨਹੀਂ ਚਾਹੀਦੀਆਂ। ਬਟ ਬਾਏ ਦਾ ਐਂਡ ਅਗਰ ਤੁਸੀਂ ਕੋਈ ਕਰਦੇ ਵੀ ਹੋ ਮਿਸਟੇਕ ਤਾਂ ਬਿਲਕੁਲ ਮਾਈਨਰ ਹੋਣੀਆਂ ਚਾਹੀਦੀਆਂ ਨੇ। ਐਂਡ ਦ ਥਰਡ ਵਨ ਇਜ਼ ਕੌਨਫੀਡੈਂਸ ਇਨ ਸਪੀਕਿੰਗ। ਤੁਹਾਡੇ ਬੋਲਣ ਵਿੱਚ ਜਿਹੜਾ ਕੌਨਫੀਡੈਂਟ ਹੋਣਾ ਚਾਹੀਦਾ। ਜਦੋਂ ਗ੍ਰਾਮਰ ਸਹੀ ਹੁੰਦੀ ਹੈ ਤਾਂ ਇੰਗਲਿਸ਼ ਬੋਲਣਾ ਤੁਹਾਡੇ ਲਈ ਈਜ਼ੀ ਹੋ ਜਾਂਦਾ ਆ। ਐਂਡ ਦ ਫੋਰਥ ਵਨ ਇਜ਼ ਬੈਟਰ ਰਾਈਟਿੰਗ ਸਕਿੱਲਸ। ਲਾਈਕ ਪੜ੍ਹਨ ਵਾਲਾ ਜਦੋਂ ਵੀ ਤੁਹਾਡੀ ਰਾਈਟਿੰਗ ਨੂੰ ਸਹੀ ਗ੍ਰਾਮਰ ਨਾਲ ਵੇਖਦਾ ਹੈ ਤਾਂ ਬਹੁਤ ਜ਼ਿਆਦਾ ਇੰਪਰੈਸਡ ਹੁੰਦਾ ਆ। ਸੋ ਦਿਸ ਇਜ਼ ਦ ਸੈਕਸ਼ਨ 2, ਵਾਈ ਗ੍ਰਾਮਰ ਮੈਟਰ ਕਿਉਂ ਕਰਦੀ ਆ। Now moving to the section 3, common misconceptions about grammar. ਸਾਡੀਆਂ ਜਿਹੜੀਆਂ ਬਹੁਤ ਜ਼ਿਆਦਾ ਲੋਕਾਂ ਦੀਆਂ ਮਿਸਕਨਸੈਪਸ਼ਨਸ ਹੁੰਦੀਆਂ ਨੇ ਗ੍ਰਾਮਰ ਨੂੰ ਲੈ ਕੇ। ਫਰਸਟ ਹੈਗਾ ਗ੍ਰਾਮਰ ਇਜ਼ ਬੋਰਿੰਗ। ਮਤਲਬ ਉਹਨਾਂ ਨੂੰ ਇਹ ਲੱਗਦਾ ਹੈ ਕਿ ਗ੍ਰਾਮਰ ਬਹੁਤ ਜ਼ਿਆਦਾ ਬੋਰਿੰਗ ਆ, ਬਟ ਦ ਟਰੂਥ ਇਜ਼ ਐਕਚੁਅਲੀ ਗ੍ਰਾਮਰ ਇਜ਼ ਫਨ ਵਨਸ ਯੂ ਅੰਡਰਸਟੈਂਡ ਦ ਰੂਲਸ। ਇਹ ਬਹੁਤ ਜ਼ਿਆਦਾ ਮਤਲਬ ਸਾਨੂੰ ਈਜ਼ੀ ਲੱਗਣ ਲੱਗ ਜਾਂਦੀ ਆ, ਫਨ ਵੇ ਨਾਲ ਅਸੀਂ ਸਿੱਖ ਲੈਂਦੇ ਹਾਂ ਜਦੋਂ ਅਸੀਂ ਚੰਗੀ ਤਰ੍ਹਾਂ ਰੂਲਸ ਨੂੰ ਅੰਡਰਸਟੈਂਡ ਕਰ ਲੈਂਦੇ ਹਾਂ, ਰਾਈਟ। ਦ ਸੈਕਿੰਡ ਵਨ ਇਜ਼ ਗ੍ਰਾਮਰ ਇਜ਼ ਓਨਲੀ ਫॉर ਸਕੋਲਰਸ।
ਮਤਲਬ ਲੋਕਾਂ ਨੂੰ ਇਹ ਲੱਗਦਾ ਕਿ ਸਕੋਲਰਸ ਲਈ ਹੈ ਗ੍ਰਾਮਰ, ਅਸੀਂ ਅਗਰ ਇੰਗਲਿਸ਼ ਸਿੱਖਣੀ ਆ ਤਾਂ ਸਾਡੇ ਵਾਸਤੇ ਗ੍ਰਾਮਰ ਮੈਟਰ ਨਹੀਂ ਕਰਦੀ, ਬਟ ਦੈਟ ਇਜ਼ ਟੋਟਲੀ ਰੋਂਗ। ਤੁਹਾਨੂੰ ਅਗਰ ਇੰਗਲਿਸ਼ ਸਿੱਖਣੀ ਆ ਤਾਂ ਤੁਹਾਨੂੰ ਜਿਹੜੀ ਆ ਗ੍ਰਾਮਰ ਪਹਿਲਾਂ ਸਿੱਖਣੀ ਪਏਗੀ। ਸੋ ਗ੍ਰਾਮਰ ਇਜ਼ ਫॉर एवरीवन who wants to speak English confidently। ਅਗਰ ਤੁਸੀਂ ਬਿਲਕੁਲ ਕੌਨਫੀਡੈਂਟ ਇੰਗਲਿਸ਼ ਬੋਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜੀ ਗ੍ਰਾਮਰ ਆ ਉਹ ਸਿੱਖਣੀ ਪਏਗੀ। ਮਤਲਬ ਕਿਸੇ ਲਈ ਵੀ ਗ੍ਰਾਮਰ ਜਿਹੜੀ ਆ ਉਹ ਮੈਟਰ ਕਰਦੀ ਆ, ਨਾਟ ਫॉर ਓਨਲੀ ਸਕੋਲਰਸ। ਦ ਥਰਡ ਵਨ ਇਜ਼ ਆਈ ਕੈਨ ਸਪੀਕ ਇੰਗਲਿਸ਼ ਵਿਦਾਊਟ ਗ੍ਰਾਮਰ। ਇਹ ਬਹੁਤ ਜ਼ਿਆਦਾ ਲੋਕਾਂ ਦਾ ਬਹੁਤ ਵੱਡਾ ਮਿਸਕਨਸੈਪਸ਼ਨ ਹੁੰਦਾ, ਉਹਨਾਂ ਦਾ ਵਹਿਮ ਹੁੰਦਾ ਆ ਕਿ ਅਸੀਂ ਜਿਹੜੀ ਇੰਗਲਿਸ਼ ਆ ਉਹ ਵਿਦਾਊਟ ਗ੍ਰਾਮਰ ਸਿੱਖ ਲਵਾਂਗੇ। ਬਟ ਦ ਟਰੂਥ ਇਜ਼ ਦੈਟ ਯੈਸ ਯੂ ਕੈਨ ਸਪੀਕ ਬਟ ਵਿਦਾਊਟ ਗ੍ਰਾਮਰ ਯੂ ਵੋਂਟ ਬੀ ਕਲੀਅਰ। ਤੁਸੀਂ ਸਿੱਖ ਸਕਦੇ ਹੋ ਬਟ ਜਦੋਂ ਵੀ ਤੁਸੀਂ ਕੋਈ ਵੀ ਸੈਂਟੈਂਸ ਬਣਾਓਗੇ ਤਾਂ ਤੁਹਾਡੇ ਉਹਦੇ ਵਿੱਚ ਕਲੈਰਿਟੀ ਨਹੀਂ ਆਏਗੀ, ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਸੈਂਟੈਂਸ ਵਿੱਚ ਸਬਜੈਕਟ ਕਿੱਥੇ ਆਏਗਾ, ਵਰਬ ਕਿੱਥੇ ਆਏਗੀ, ਆਬਜੈਕਟ ਕਿੱਥੇ ਆਏਗਾ, ਪ੍ਰਪੋਜੀਸ਼ਨ ਕਿੱਥੇ ਆਏਗੀ। ਮਤਲਬ ਪ੍ਰੋਪਰ ਤੁਹਾਨੂੰ ਸੈਂਟੈਂਸ ਬਣਾਉਣਾ ਨਹੀਂ ਆਏਗਾ। ਗ੍ਰਾਮਰ ਦੇ ਅਕੋਰਡਿੰਗ ਜਿਹੜਾ ਰੂਲਸ ਦੇ ਅਕੋਰਡਿੰਗ ਸਹੀ ਮੰਨਿਆ ਜਾਏਗਾ, ਰਾਈਟ। ਸੋ ਇੱਕ ਚੀਜ਼ ਹੋਰ ਆ ਕਿ ਗ੍ਰਾਮਰ ਡਜ਼ ਨਾਟ ਮੀਨ ਰੌਟ ਲਰਨਿੰਗ। ਮਤਲਬ ਇਹ ਰੌਟ ਲਰਨਿੰਗ ਨਹੀਂ ਹੈਗੀ, ਇਹ ਸਿਰਫ ਰੂਲਸ ਨੂੰ ਸਮਝਣ ਅਤੇ ਅਪਲਾਈ ਕਰਨ ਬਾਰੇ ਆ। ਮਤਲਬ ਤੁਸੀਂ ਇਹਨੂੰ ਸਮਝ ਕੇ ਚੰਗੀ ਤਰ੍ਹਾਂ ਅਪਲਾਈ ਕਰਨਾ ਹੈ, ਦੈਨ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਿੱਖ ਸਕਦੇ ਹੋ। ਮੂਵਿੰਗ ਟੂ ਦਾ ਸੈਕਸ਼ਨ 4 ਹਾਊ ਗ੍ਰਾਮਰ ਹੈਲਪਸ ਯੂ ਲਰਨ ਫਾਸਟਰ। ਗ੍ਰਾਮਰ ਕਿਵੇਂ ਹੈਲਪ ਕਰਦੀ ਹੈ ਤੁਹਾਨੂੰ ਜਲਦੀ ਸਿੱਖਣ ਦੇ ਵਿੱਚ। ਸੋ ਗ੍ਰਾਮਰ ਹੈਲਪਸ ਯੂ ਲਰਨ ਇੰਗਲਿਸ਼ ਫਾਸਟਰ ਬਿਕਾਜ਼ ਇਟ ਗਿਵਸ ਸਟਰਕਚਰ। ਇਹ ਤੁਹਾਨੂੰ ਸਟਰਕਚਰ ਦਿੰਦੀ ਆ ਪ੍ਰੋਪਰ, ਜਿਹਦੇ ਨਾਲ ਤੁਹਾਨੂੰ ਜਲਦੀ ਸਿੱਖਣ ਵਿੱਚ ਹੈਲਪ ਮਿਲਦੀ ਆ। ਫੋਰ ਸਪੋਜ਼ ਇੰਗਲਿਸ਼ ਐਜ਼ ਅ ਹਾਊਸ, ਮਤਲਬ ਇੰਗਲਿਸ਼ ਜਿਹੜਾ ਇੱਕ ਘਰ ਹੈਗਾ। ਵਰਡਸ ਆਰ ਬ੍ਰਿਕਸ, ਜਿਹੜੇ ਵਰਡਸ ਹੁੰਦੇ ਨੇ ਉਹ ਬ੍ਰਿਕਸ ਨੇ, ਇੱਟਾਂ ਨੇ। ਐਂਡ ਗ੍ਰਾਮਰ ਇਜ਼ ਦਾ ਸੀਮੈਂਟ, ਜਿਹੜੀ ਗ੍ਰਾਮਰ ਆ ਬਿਲਕੁਲ ਸੀਮੈਂਟ ਦੀ ਤਰ੍ਹਾਂ ਆ। ਐਂਡ ਦੈਟ ਹੋਲਡਸ ਦੈਮ ਟੂਗੈਦਰ। ਜਿਹੜੇ ਮਤਲਬ ਇੰਗਲਿਸ਼ ਦੇ ਵਰਡਸ ਹੈਗੇ ਨੇ ਅਤੇ ਗ੍ਰਾਮਰ ਜਿਹੜੀ ਆ ਉਹਨਾਂ ਨੂੰ ਸੀਮੈਂਟ ਦੀ ਤਰ੍ਹਾਂ ਹੋਲਡ ਕਰਕੇ ਰੱਖਦੀ ਆ, ਮਤਲਬ ਉਹਨਾਂ ਨੂੰ ਇਕੱਠਿਆਂ ਰੱਖਦੀ ਆ। ਸੋ ਵਿਦਾਊਟ ਸੀਮੈਂਟ ਦਾ ਹਾਊਸ ਵਿਲ ਫਾਲ ਓਬਵੀਅਸਲੀ, ਬਿਕਾਜ਼ ਅਗਰ ਸੀਮੈਂਟ ਨਹੀਂ ਹੋਏਗਾ ਤਾਂ ਹਾਊਸ ਕੀ ਹੋਏਗਾ, ਡਿੱਗ ਜਾਏਗਾ। ਸਿਮਿਲਰਲੀ ਵਿਦਾਊਟ ਗ੍ਰਾਮਰ ਯੂਅਰ ਸੈਂਟੈਂਸ ਵੋਂਟ ਮੇਕ ਸੈਂਸ। Now let's understand with the examples. The correct one is I have eaten breakfast and the wrong one is I eaten breakfast. ਜਿਹੜਾ ਕਰੈਕਟ ਹੈਗਾ I have eaten breakfast, ਇਹ ਕਿਉਂ ਸਹੀ ਆ? ਕਿਉਂਕਿ ਪ੍ਰੈਜ਼ੈਂਟ ਪਰਫੈਕਟ ਟੈਂਸ ਦਾ ਹੈਗਾ ਇਹ ਸੈਂਟੈਂਸ ਐਂਡ ਇਹਦੇ ਵਿੱਚ ਹੈਜ਼, ਹੈਵ ਪਲੱਸ ਵਰਬ ਪਲੱਸ ਥਰਡ ਫਾਰਮ ਲੱਗਦਾ ਆ। ਇਹਦੇ ਵਿੱਚ ਜਿਹੜਾ ਰੋਂਗ ਆ, ਰੋਂਗ ਦੇ ਵਿੱਚ ਇਹਨਾਂ ਨੇ ਹੈਲਪਿੰਗ ਵਰਬ ਹੈਵ ਔਰ ਹੈਜ਼ ਨਹੀਂ ਲਗਾਇਆ, ਜਿਹਦੇ ਕਰਕੇ ਗਲਤ ਆ। ਸੈਕਸ਼ਨ 5 ਡੇਲੀ ਗ੍ਰਾਮਰ ਟਿਪਸ ਫॉर ਬਿਗਨਰਸ। ਇਹ ਮੈਂ ਤੁਹਾਡੇ ਲਈ ਸਪੈਸ਼ਲ ਔਰਗਨਾਈਜ਼ ਕੀਤੇ ਨੇ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਗਰ ਤੁਸੀਂ ਬਿਗਨਰਸ ਐਜ਼ ਏ ਬਿਗਨਰ ਤੁਸੀਂ ਗ੍ਰਾਮਰ ਸਿੱਖਣਾ ਚਾਹੁੰਦੇ ਹੋ ਡੇਲੀ ਬੇਸਿਸ 'ਤੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਲਾਈਕ ਸਟਾਰਟ ਵਿਦ ਸਿੰਪਲ ਸੈਂਟੈਂਸਿਸ। ਸਭ ਤੋਂ ਪਹਿਲਾਂ ਤੁਸੀਂ ਸਿੰਪਲ ਜਿਹੇ ਸੈਂਟੈਂਸਿਸ ਨਾਲ ਜਿਹੜਾ ਬੋਲਣਾ ਸਟਾਰਟ ਕਰੋ। ਸੈਕਿੰਡ ਵਨ ਇਜ਼ ਰੀਡ ਵਨ ਸਮੋਲ ਪੈਰਾਗ੍ਰਾਫ ਇਨ ਇੰਗਲਿਸ਼ ਡੇਲੀ। ਇੱਕ ਛੋਟਾ ਜਿਹਾ ਪੈਰਾਗ੍ਰਾਫ ਤੁਸੀਂ ਡੇਲੀ ਰੀਡ ਕਰਨਾ ਆ ਐਂਡ ਟਰਾਈ ਟੂ ਸਪੀਕ ਵਿਦ ਕਰੈਕਟ ਟੈਂਸਿਸ। ਜਿਹੜੇ ਟੈਂਸਿਸ ਨੇ ਉਹਨਾਂ ਦੇ ਅਕੋਰਡਿੰਗ ਤੁਸੀਂ ਸਹੀ ਬੋਲਣਾ ਸਟਾਰਟ ਕਰਨਾ ਹੈ। ਐਂਡ ਕੀਪ ਏ ਗ੍ਰਾਮਰ ਨੋਟਬੁੱਕ ਫॉर ਨਿਊ ਰੂਲਸ। ਗ੍ਰਾਮਰ ਨੋਟਬੁੱਕ ਜਿਹੜੀ ਆ ਨਿਊ ਰੂਲਸ ਦੇ ਨਾਲ ਤੁਸੀਂ ਰੱਖਣੀ ਆ ਆਪਣੇ ਕੋਲ ਅਤੇ ਉਹਨੂੰ ਡੇਲੀ ਦੇਖਣਾ ਆ। ਐਂਡ ਦ ਲਾਸਟ ਬਟ ਨਾਟ ਦ ਲੀਸਟ, ਡੋਂਟ ਵਰੀ ਅਬਾਊਟ ਦ ਮਿਸਟੇਕਸ because practice makes perfect. Okay, so subscribe for daily English grammar lessons and yes, English with Hardeep Kaur channel ਨੂੰ subscribe ਕਰ ਲਓ daily English grammar lessons ਨੂੰ ਸਿੱਖਣ ਲਈ ਔਰ ਆਪਣੀ English improve ਕਰਨ ਲਈ। Thank you so much.